ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਪੰਜਵਾ। ਜੀ ਜੁਗਤ ਵਸ ਪ੍ਰਭੂ ਕੈ, ਜੋ ਕਹਿ ਸੋ ਕਰਨਾ। ਜੀਵਾਂ ਦੇ ਖਾਣ ਪੀਣ ਪਾਲਣ ਪੋਸ਼ਣ ਦੀ ਜੁਗਤ ਕਹੀਏ ਵਿਧੀ ਪ੍ਰਭੂ ਪ੍ਰਮਾਤਮਾ ਕਹਿ ਹੁੰਦਾ ਦੇ ਆਪਣੇ ਕਹਿੰਦੇ ਵਸ ਅਧੀਨ ਹੈ। ਉਹ ਪ੍ਰਭੂ ਜੋ ਕੁਝ ਕਹਿ ਆਖਦਾ ਜੀਵਾਂ ਨੇ ਸੋ ਉਹ ਕੁਝ ਹੀ ਕਰਨਾ ਹੁੰਦਾ। ਵਾ ਪ੍ਰਭੂ ਜੋ ਆਪਣੇ ਭਗਤ ਜਨਾਂ ਨੂੰ ਆਗਿਆ ਕਰਦਾ ਹੈ ਉਹ ਕੁਝ ਹੀ ਕਰਨਾ ਬਣਦਾ ਹੈ। ਭਾਵ ਪਾਣੇ ਵਿੱਚ ਚੱਲਦੇ ਹਨ। ਭਏ ਪ੍ਰਸੰਨ ਗੋਪਾਲ ਰਾਏ, ਭਉ ਕਿਛ ਨਹੀਂ ਕਰਨਾ। ਗੋਪਾਲ ਪ੍ਰਿਥਵੀ ਦੇ ਪਾਲਕ ਰਾਏ ਰਾਜਾ ਪ੍ਰਕਾਸ਼ ਰੂਪ ਪ੍ਰਭੂ ਵਾਹਿਗੁਰੂ ਜੀ ਜਿਸ ਉੱਪਰ ਪ੍ਰਸੰਨ ਖੁਸ਼ ਹੁੰਦੇ ਹੋਏ ਹਨ ਉਸ ਨੇ ਕੁਝ ਵੀ ਜਮ ਆਦਿਕਾਂ ਦਾ ਭਉ ਡਰ ਨਹੀਂ ਕਰਨਾ ਹੁੰਦਾ। ਭਾਵ ਉਹ ਸਭ ਪ੍ਰਕਾਰ ਦੇ ਭੈ ਤੋਂ ਰਹਿਤ ਹੋ ਜਾਂਦਾ। ਦੁਖ ਨ ਲਾਗੈ ਕਦੇ ਤੁਧ, ਪਾਰ ਬ੍ਰਹਮ ਚਿਤਾਰੇ। ਹੇ ਭਾਈ, ਜੇਕਰ ਤੂੰ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਪ੍ਰਭੂ ਨੂੰ ਚਿਤਾਰੇ ਯਾਦ ਕਰੇ ਤਾਂ ਤੁਧ ਤੈਨੂੰ ਜੰਮਣ ਮਰਨ ਆਦਿ ਦਾ ਦੁੱਖ ਕਦਾਚਿਤ ਵੀ ਨਹੀਂ ਲੱਗੇਗਾ। ਜਮ ਕੰਕਰ ਨੇੜ ਨ ਆਵਈ, ਗੁਰ ਸਿੱਖ ਪਿਆਰੇ ਰਹਾਉ। ਹੇ ਗੁਰਸਿੱਖ, ਗੁਰੂ ਦੀ ਸਿੱਖਿਆ ਨੂੰ ਧਾਰਨ ਕਰਨ ਵਾਲੇ ਪਿਆਰੇ ਪ੍ਰੇਮੀ ਪੁਰਖਾ, ਫਿਰ ਜਮ ਜਮਰਾਜ ਦੇ ਕੰਕਰ ਦਾਸ ਭਾਵ ਜਮਦੂਤ ਤੇਰੇ ਨੇੜ ਕਈਏ ਕੋਲ ਵੀ ਨਹੀਂ ਆ ਸਕਣਗੇ। ਰਹਾਉ ਕਰਨ ਕਾਰਨ ਸਮਰੱਥ ਹੈ, ਤਿਸ ਬਿਨ ਨਹੀਂ ਹੋਰ। ਹੇ ਭਾਈਓ, ਪਰਮਾਤਮਾ ਕਰਨ ਕਾਰਨ ਸਾਰੇ ਕਾਰਜਾਂ ਨੂੰ ਕਰਨ ਕਰਾਉਣ ਵਾਲਾ ਸਮਰੱਥ ਸਰਬ ਸ਼ਕਤੀਵਾਨ, ਉਸ ਤੋਂ ਬਗੈਰ ਉਸ ਵਰਗਾ ਹੋਰ ਕੋਈ ਨਹੀਂ। ਨਾਨਕ ਪ੍ਰਭ ਸਰਣਾਗਤੀ, ਸਾਚਾ ਮਨ ਜੋਰ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜੋ ਵੀ ਉਸ ਪ੍ਰਭ ਪਰਮਾਤਮਾ ਦੀ ਸਰਣਾਗਤੀ ਸ਼ਰਨ ਵਿੱਚ ਪ੍ਰਾਪਤ ਹੋਇਆ ਉਸ ਦੇ ਮਨ ਹਿਰਦੇ ਵਿੱਚ ਵਿਵੇਕ ਰੂਪੀ ਸੱਚਾ ਜੋਰ ਬਲ ਪ੍ਰਾਪਤ ਹੁੰਦਾ ਹੈ। ਵਾ ਉਹ ਹੀ ਸੱਚ ਸਰੂਪ ਵਿੱਚ ਮਨ ਦੀ ਬਿਰਤੀ ਨੂੰ ਜੋੜਦਾ ਹੈ। ਬਿਲਾਵਲ ਮਹੱਲਾ ਪੰਜਵਾ। ਸਿਮਰ ਸਿਮਰ ਪ੍ਰਭ ਆਪਣਾ, ਨਾਠਾ ਦੁਖ ਠਾਉ। ਹੇ ਭਾਈ, ਗੁਰਾਂ ਦੁਆਰਾ ਆਪ ਦਾ ਆਸਰਾ ਰੂਪ ਪ੍ਰਭੂ ਪਰਮਾਤਮਾ ਸਿਮਰ ਸਿਮਰ ਕੇ ਵਾ ਯਾਦ ਕਰਨੇ ਯੋਗ ਸਿਮਰਨੇ ਯੋਗ ਪਰਮੇਸ਼ਰ ਨੂੰ ਯਾਦ ਕਰਕੇ ਸਾਡਾ ਦੁੱਖ ਦਾ ਗਿਆਨ ਰੂਪੀ ਠਾਉ ਅਸਥਾਨ ਨਾਠਾ ਨਸ਼ਟ ਹੋ ਗਿਆ। ਬਿਸਰਾਮ ਪਾਏ ਮਿਲ ਸਾਧ ਸੰਗ, ਤਾਤੇ ਬਹੁੜ ਨ ਧਾਉ। ਸਾਧ ਸੰਗ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਵਿੱਚ ਮਿਲ ਕਰਕੇ ਸੁਖ ਸਰੂਪ ਵਿੱਚ ਬਿਸਰਾਮ ਸਥਿਤੀ ਨੂੰ ਪਾ ਲਿਆ ਹੈ। ਵਾ ਸਾਰੇ ਸੁਖ ਪਾ ਲਏ ਹਨ। ਤਾਤੇ ਤਿਸ ਕਰਕੇ ਹੁਣ ਬਹੁੜ ਮੁੜ ਕੇ ਜੂਨਾਂ ਵਿੱਚ ਧਾਉ ਦੌੜਨਾ ਨਹੀਂ ਹੋਵੇਗਾ। ਬਲਹਾਰੀ ਗੁਰ ਆਪਨੇ ਚਰਨਨ ਬਲ ਜਾਉ। ਸੋ ਪਾਠਾਂ ਦਾ ਖਿਆਲ ਰੱਖਣਾ ਹੈ। ਕਈ ਵਾਰੀ ਕਾਹਲੀ ਵਿੱਚ ਪੜ੍ਹ ਜਾਂਦੇ ਬਲਹਾਰੀ ਗੁਰ ਆਪਣੇ, ਜਾਂ ਨਾਣਾ ਲਾ ਜਾਂਦੇ ਆ ਜਾਂ ਐੜੇ ਨੂੰ ਕੰਨਾ ਛੱਡ ਜਾਂਦੇ ਆ, ਆਪਣੇ ਕਹਿ ਜਾਂਦੇ। ਇੱਥੇ ਨੰਨੇ ਨੂੰ ਲਾਂ ਹੈ ਅਤੇ ਐੜੇ ਨੂੰ ਕੰਨਾ ਹੈ ਆਪ ਨੇ। ਕਹਿੰਦੇ ਹੇ ਭਾਈ, ਅਸੀਂ ਆਪ ਨੇ ਆਪ ਦੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ, ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਮਨ ਕਰਕੇ ਕੁਰਬਾਨ ਜਾਂਦੇ ਹਾਂ। ਉਹਨਾਂ ਦੇ ਚਰਨ ਕਮਲਾਂ ਤੋਂ ਵੀ ਬਾਣੀ ਸਰੀਰ ਕਰਕੇ ਬਲਹਾਰ ਜਾਣਾ ਕਰਦੇ ਹਾਂ। ਆਨੰਦ ਸੂਖ ਮੰਗਲ ਬਨੇ, ਪੇਖਤ ਗੁਣ ਗਾਉ ਰਹਾਉ। ਅਸੀਂ ਗੁਰੂ ਜੀ ਦੇ ਦਰਸ਼ਨ ਵੇਖਦੇ ਅਤੇ ਗੁਣ ਗਾਉਣਾ ਕਰਦੇ ਹਾਂ, ਜਿਸ ਕਰਕੇ ਆਨੰਦ ਸੁਖ ਅਤੇ ਮੰਗਲ ਬਣ ਆਏ। ਵਾ ਆਨੰਦ ਅਤੇ ਸੁਖ ਸਰੂਪ ਦੀ ਪ੍ਰਾਪਤੀ ਕਰਕੇ ਮੰਗਲ ਖੁਸ਼ੀਆਂ ਬਣ ਆਈਆਂ ਹਨ। ਰਹਾਉ ਕਥਾ ਕੀਰਤਨ ਰਾਗ ਨਾਦ ਧੁਨ, ਇਹੋ ਬਣਿਓ ਸੋ ਆਉ। ਹੁਣ ਸਾਧ ਸੰਗਤ ਦੇ ਵਿੱਚ ਸਰੂਪ ਲਖਣਾ ਵਾਲੀ ਕਥਾ ਤੇ ਕੀਰਤਨ ਜਸ ਸਰਵਨ ਕਰਨਾ, ਰਾਗ ਪ੍ਰੇਮ ਨਾਲ ਨਾਦ ਵਾਜਿਆਂ ਦੀ ਧੁਨੀ ਸੁਣਨੀ, ਵਾਜੋ ਧੁਨ ਆਵਾਜ਼ ਰੂਪ ਨਾਦ ਬ੍ਰਹਮ ਦੀ ਪ੍ਰਾਪਤੀ ਵਾਲਾ ਕਥਾ ਕੀਰਤਨ ਪ੍ਰੇਮ ਨਾਲ ਸੁਣਨਾ ਸਾਡੇ ਲਈ ਇਹੋ ਹੀ ਪ੍ਰਲੋਕ ਵਾਸਤੇ ਸੁਆਓ ਲਾਭ ਪ੍ਰਯੋਜਨ ਬਣਿਆ ਹੈ। ਨਾਨਕ ਪ੍ਰਭ ਸੋ ਪ੍ਰਸੰਨ ਭਏ, ਬਾਂਛਿਤ ਫਲ ਪਾਉ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਇਸ ਪ੍ਰਕਾਰ ਗੁਰਾਂ ਦੁਆਰਾ ਪ੍ਰਭੂ ਜੀ ਸਾਡੇ ਉੱਪਰ ਸੋ ਪ੍ਰਸੰਨ ਭਲੀ ਪ੍ਰਕਾਰ ਖੁਸ਼ ਹੋਏ ਹਨ।
ਅਤੇ ਅਸੀਂ ਧਰਮ ਅਰਥ ਕਾਮ ਮੋਖ ਰੂਪੀ ਵਾਂਛਿਤ ਮਨ ਭਾਉਂਦਾ ਫਲ ਪ੍ਰਾਪਤ ਕਰ ਲਿਆ ਹੈ। ਬਿਲਾਵਲ ਮਹੱਲਾ ਪੰਜਵਾ। ਦਾਸ ਤੇਰੇ ਕੀ ਬੇਨਤੀ ਰਿਦ ਕਰ ਪਰਗਾਸ। ਹੇ ਪ੍ਰਭੂ, ਤੇਰੇ ਦਾਸ ਸੇਵਕ ਦੀ ਤੇਰੇ ਪਾਸ ਬੇਨਤੀ ਅਰਜ਼ੋਈ ਹੈ ਕਿ ਤੂੰ ਮੇਰੇ ਰਿਦ ਹਿਰਦੇ ਅੰਦਰ ਗਿਆਨ ਦਾ ਪ੍ਰਗਾਸ ਚਾਨਣਾ ਕਰ। ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੋਖਨ ਕੋ ਨਾਸ। ਹੇ ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਪ੍ਰਭੂ, ਤੇਰੀ ਕਿਰਪਾ ਮਿਹਰ ਹੋਣ ਤੋਂ ਸ਼ਬਦ ਸਪਰਸ਼ ਆਦ ਦੋਖਨ ਦੋਸ਼ਾਂ ਦਾ ਨਾਸ਼ ਹੋ ਜਾਂਦਾ। ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣਤਾਸ। ਹੇ ਪੁਰਖ ਪੂਰਨ ਤੇ ਗੁਣਤਾਸ, ਗੁਣਾਂ ਦੇ ਤਾਸ ਖਜ਼ਾਨੇ ਪ੍ਰਭੂ, ਸਾਨੂੰ ਜਨਾਂ ਨੂੰ ਤੇਰੇ ਕਮਲਵਤ ਨਿਰਲੇਪ ਚਰਨਾਂ ਦਾ ਹੀ ਆਸਰਾ ਸਹਾਰਾ ਹੈ। ਕੀਰਤਨ ਨਾਮ ਸਿਮਰਤ ਰਹੋ ਜਬ ਲਗ ਘਟ ਸਾਸ ਰਹਾਉ। ਹੇ ਪ੍ਰਭੂ ਪਿਆਰੇ, ਜਦੋਂ ਤੱਕ ਮੇਰੇ ਘਟ ਸਰੀਰ ਅੰਦਰ ਸਵਾਸ ਪ੍ਰਾਣ ਹਨ, ਤਦੋਂ ਤੱਕ ਕੀਰਤਨ ਜਸ ਰੂਪ ਵਿੱਚ ਤੇਰਾ ਨਾਮ ਸਿਮਰਦਾ ਰਹਾਂ। ਵਾ ਰਸਨਾ ਕਰਕੇ ਤੇਰਾ ਕੀਰਤਨ ਜਸ ਅਤੇ ਹਿਰਦੇ ਕਰਕੇ ਤੇਰਾ ਨਾਮ ਸਿਮਰਦਾ ਰਹਾਂ ਰਹਾਉ। ਵਿਸਰਾਮ ਦੇ ਕੇ ਪਾਤਸ਼ਾਹ ਪਾਵਨ ਕਿਰਪਾ ਕਰ ਰਿਹਾ। ਮਾਤ ਪਿਤਾ ਬੰਦਪ ਤੂੰ ਹੈ, ਤੂੰ ਸਰਬ ਨਿਵਾਸ। ਹੇ ਪ੍ਰਭੂ, ਸਾਡਾ ਮਾਤਾ ਪਿਤਾ ਮਾਂ ਬਾਪ ਬੰਦਪ ਸੰਬੰਧੀ ਵੀ ਤੂੰ ਹੈ ਦੇ ਤੱਤੇ ਨੂੰ ਟਿੱਪੀ ਨਹੀਂ ਲੱਗੀ। ਇਸ ਨੂੰ ਇਸ ਲਈ ਨੱਕ ਵਿੱਚ ਨਹੀਂ ਬੋਲਣਾ, ਤੂੰ ਹੈ ਬੋਲਣਾ। ਅੱਗੇ ਵੀ ਤੱਤੇ ਨੂੰ ਦੁਲੈਂਕੜ ਹਨ ਪਰ ਟਿੱਪੀ ਨਹੀਂ ਹੈ, ਇਸ ਨੂੰ ਵੀ ਨੱਕ ਵਿੱਚ ਨਹੀਂ ਬੋਲਣਾ। ਤੂੰ ਸਰਬ ਨਿਵਾਸ। ਹੇ ਸੰਬੰਧੀ ਕਹਿੰਦੇ ਤੂੰ ਹੀ ਅਤੇ ਸਰਬ ਸਾਰਿਆਂ ਵਿੱਚ ਤੂੰ ਹੀ ਨਿਵਾਸ ਵਾਸਾ ਕਰ ਰਿਹਾ। ਨਾਨਕ ਪ੍ਰਭ ਸਰਣਾਗਤੀ ਜਾ ਕੋ ਨਿਰਮਲ ਜਾਸ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਪ੍ਰਭ ਪਰਮਾਤਮਾ, ਮੈਂ ਆਪ ਜੀ ਦੀ ਸ਼ਰਨ ਵਿੱਚ ਪ੍ਰਾਪਤ ਹੋਇਆ ਹਾਂ, ਜਿਸ ਆਪ ਜੀ ਦਾ ਨਿਰਮਲ ਉਜਲ ਜਸ ਹੈ। ਬਿਲਾਵਲ ਮਹੱਲਾ ਪੰਜਵਾ। ਸਰਬ ਸਿੱਧ ਹਰ ਗਾਈਐ ਸਭ ਭਲਾ ਮਨਾਵੈ ਹੈ। ਹੇ ਭਾਈ, ਪਰਮਾਤਮਾ ਦਾ ਜਸ ਨਾਮ ਗਾਉਣਾ ਕਰਕੇ ਸਾਰੀਆਂ ਸਿੱਧ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਅਤੇ ਜਸ ਗਾਉਣ ਵਾਲੇ ਦਾ ਸਾਰੇ ਭਲਾ ਹੀ ਮਨਾਵੈ ਮਨਾਉਂਦੇ ਆ। ਵਾ ਨਾਮ ਜਪਣ ਵਾਲੇ ਸਭ ਦਾ ਭਲਾ ਮਨਾਉਂਦੇ। ਸਾਧ ਸਾਧ ਮੁਖ ਤੇ ਕਹਿ ਸੁਣ ਦਾਸ ਮਿਲਾਵੈ ਹੈ। ਸਭ ਲੋਕ ਉਸ ਨੂੰ ਆਪਣੇ ਮੁਖ ਤੋਂ ਸਾਧ ਸ੍ਰੇਸ਼ਟ ਕਹਿ ਕੇ ਆਖਦੇ ਆ। ਵਾ ਸਾਧ ਸ਼ਾਬਾਸ਼ ਸ਼ਾਬਾਸ਼ ਧੰਤਾ ਜੋ ਕਹਿੰਦੇ ਆ। ਅਤੇ ਉਸ ਦੀ ਸੋਭਾ ਸੁਣ ਕੇ ਲੋਕ ਦਾਸਾ ਭਾਵ ਧਾਰ ਕੇ ਆਪਣੇ ਆਪ ਨੂੰ ਉਸ ਦੀ ਸ਼ਰਨ ਵਿੱਚ ਮਿਲਾਉਂਦੇ ਆ। ਵਾ ਜੋ ਦਾਸ ਪਰਮਾਤਮਾ ਦਾ ਜਸ ਸੁਣਦੇ ਆ, ਉਹਨਾਂ ਨੂੰ ਪ੍ਰਭੂ ਆਪਣੇ ਸਰੂਪ ਵਿੱਚ ਮਿਲਾਵੈ ਕਹੀਏ ਅਭੇਦ ਕਰ ਲੈਂਦਾ ਹੈ। ਸੂਖ ਸਹਿਜ ਕਲਿਆਣ ਰਸ ਪੂਰੈ ਗੁਰ ਕੀਨ। ਸੂਖ ਸਹਿਜ ਅਚੁੱਤ ਸੁਖ ਵਾ ਸਹਿਜ ਸੁਤੇ ਸਿੱਧ ਹੀ ਆਤਮਿਕ ਸੁਖ ਕਲਿਆਣ ਮੁਕਤੀ ਤੇ ਰਸ ਪ੍ਰੇਮ ਆਦ ਹੋਰ ਗੁਣ ਪੂਰਨ ਸਤਿਗੁਰਾਂ ਨੇ ਦੇਣਾ ਕੀਤੇ ਆ। ਜੀ ਸਗਲ ਦਇਆਲ ਪਏ ਹਰ ਹਰ ਨਾਮ ਚੀਨ ਰਹਾਉ। ਹਰੇ ਪਰੇ ਕਰਨ ਵਾਲੇ ਹਰ ਪਰਮਾਤਮਾ ਦੇ ਨਾਮ ਨੂੰ ਚੀਨ ਜਾਣ ਕਰਕੇ ਸਾਰੇ ਜੀਵ ਜੰਤ ਵੀ ਸਾਡੇ ਉੱਪਰ ਦਇਆਲ ਮਿਹਰਬਾਨ ਹੋਏ ਰਹਾਉ। ਜਿਵੇਂ ਰਹਿਬਾਂ ਰੋਮ ਦੇਸ਼ ਦੇ ਬਸਰੇ ਸ਼ਹਿਰ ਦੀ ਰਾਜ ਕੰਨਿਆ ਸੀ। ਜਦੋਂ ਅਜੇ ਜੰਮੀ ਹੀ ਸੀ ਤਾਂ ਕਿਸੇ ਦੂਸਰੇ ਰਾਜੇ ਨੇ ਬਸਰੇ ਸ਼ਹਿਰ ਉੱਪਰ ਚੜ੍ਹਾਈ ਕਰ ਦਿੱਤੀ। ਰਹਿਬਾਂ ਦਾ ਸਾਰਾ ਪਰਿਵਾਰ ਮਾਰਿਆ ਗਿਆ। ਇੱਕ ਗੋਲੀ ਨੇ ਕਿਸੇ ਤਰ੍ਹਾਂ ਰਹਿਬਾਂ ਨੂੰ ਬਚਾ ਕੇ ਫਕੀਰਾਂ ਵਾਲੇ ਇੱਕ ਅਸਥਾਨ 'ਤੇ ਲਿਆ ਕੇ ਇਸ ਨੂੰ ਪਾਲਿਆ। ਇਸ ਕਰਕੇ ਬਚਪਨ ਤੋਂ ਹੀ ਰਹਿਬਾਂ ਨੂੰ ਰੱਬ ਦੇ ਫਕੀਰਾਂ ਦੀ ਸੰਗਤ ਮਿਲੀ ਅਤੇ ਖੁਦਾ ਨਾਲ ਲਿਵ ਜੁੜਨ ਲੱਗ ਪਈ। ਰਹਿਬਾਂ ਰੱਬ ਦੇ ਫਕੀਰਾਂ ਦੀ ਸੰਗਤ ਕਰਦਿਆਂ ਜਵਾਨ ਹੋ ਗਈ, ਪਰ ਫਕੀਰਾਂ ਦੀ ਸੰਗਤ ਕਰਕੇ ਵਕਾਰ ਨੇੜੇ ਨਾ ਆਏ, ਸਗੋਂ ਦਿਨੋਂ ਦਿਨ ਖੁਦਾ ਦਾ ਪਿਆਰ ਵੱਧਦਾ ਗਿਆ। ਇੱਕ ਦਿਨ ਰਹਿਬਾਂ ਉੱਪਰ ਇੱਕ ਵੇਸਵਾ ਦੀ ਨਜ਼ਰ ਪਈ ਤੇ ਉਸਨੇ ਗੋਲੀ ਨੂੰ ਲਾਲਚ ਦੇ ਕੇ ਮਨ ਭਾਉਂਦਾ ਧਨ ਦਿੱਤਾ ਤੇ ਰਹਿਬਾਂ ਨੂੰ ਖਰੀਦ ਲਿਆ। ਫਿਰ ਵੇਸਵਾ ਨੇ ਮੰਦ ਕਰਮ ਲਈ ਆਪਣੇ ਕੋਠੇ ਉੱਪਰ ਬਿਠਾਲ ਦਿੱਤਾ। ਪਹਿਲੇ ਹੀ ਦਿਨ ਵੇਸਵਾ ਨੇ ਇੱਕ ਸ਼ਾਹੂਕਾਰ ਤੋਂ ਪੈਸੇ ਲੈ ਕੇ ਉਸ ਨੂੰ ਰਹਿਬਾਂ ਕੋਲ ਭੇਜਿਆ। ਜਦੋਂ ਉਹ ਸ਼ਾਹੂਕਾਰ ਚੁਬਾਰੇ ਦੇ ਦਰਵਾਜ਼ੇ ਕੋਲ ਪਹੁੰਚਿਆ ਤਾਂ ਉਸ ਨੂੰ ਅੱਖਾਂ ਤੋਂ ਦਿਸਣਾ ਬੰਦ ਹੋ ਗਿਆ ਤੇ ਸਰੀਰ ਵਿਆਕੁਲ ਹੋ ਗਿਆ। ਸ਼ਾਹੂਕਾਰ ਜਲਦੀ ਹੀ ਸਮਝ ਗਿਆ ਕਿ ਜਿਸ ਲੜਕੀ ਨਾਲ
ਮੈਂ ਵਿਭਚਾਰ ਕਮਾਉਣ ਚੱਲਿਆ ਹਾਂ। ਉਹ ਕੋਈ ਸ਼ਕਤੀਵਾਨ ਲੜਕੀ ਹੈ, ਆਮ ਲੜਕੀ ਨਹੀਂ। ਸ਼ਾਹੂਕਾਰ ਨੇ ਆਪਣੀ ਗਲਤੀ ਦੀ ਤੋਬਾ ਕਰਦਿਆਂ ਖੁਦਾ ਤੋਂ ਮੁਆਫੀ ਮੰਗੀ ਤੇ ਸ਼ੁੱਧ ਭਾਵਨਾ ਕਰਕੇ ਮਨ ਹੀ ਮਨ ਰਹਿਬਾ ਨੂੰ ਬੇਨਤੀ ਕੀਤੀ ਕਿ ਹੇ ਸ਼ਕਤੀਵਾਨ ਲੜਕੀ, ਤੂੰ ਮੇਰੀ ਮਾਂ ਦੇ ਸਮਾਨ ਹੈ, ਮੈਨੂੰ ਮਾਫ਼ ਕਰ ਦੇ, ਮੈਨੂੰ ਠੀਕ ਕਰ ਦੇ। ਸ਼ਾਹੂਕਾਰ ਦੀ ਬੇਨਤੀ ਪ੍ਰਵਾਨ ਹੋਈ ਤੇ ਉਸ ਨੂੰ ਦਿਸਣ ਲੱਗ ਪਿਆ। ਫਿਰ ਉਸ ਸ਼ਾਹੂਕਾਰ ਨੇ ਰਹਿਬਾ ਨੂੰ ਮਾਂ ਕਹਿ ਕੇ ਚਰਨਾਂ ਉੱਪਰ ਆਪਣਾ ਸਿਰ ਰੱਖਿਆ, ਰੋ ਰੋ ਕੇ ਫਿਰ ਮਾफ़ੀ ਮੰਗੀ। ਰਹਿਬਾ ਨੇ ਕਿਹਾ ਕਿ ਤੂੰ ਆਪਣੀ ਗਲਤੀ ਦਾ ਪਛਤਾਵਾ ਕੀਤਾ ਹੈ, ਜਾਂ ਖੁਦਾ ਤੇਰਾ ਭਲਾ ਕਰੇਗਾ। ਸ਼ਾਹੂਕਾਰ ਨੇ ਰਹਿਬਾ ਦੀ ਮਰਜ਼ੀ ਪੁੱਛ ਕੇ ਵੇਸ਼ਵਾ ਨੂੰ ਮਨ ਚਾਹਾ ਧਨ ਦਿੱਤਾ ਤੇ ਉਸ ਨੂੰ ਉੱਥੋਂ ਆਪਣੇ ਘਰ ਲੈ ਆਇਆ। ਆਪਣੇ ਘਰ ਲਿਆ ਕੇ ਮਾਂ ਸਮਾਨ ਸੇਵਾ ਕਰਨ ਲੱਗਾ। ਰਹਿਬਾ ਰਾਤ ਦਿਨ ਖੁਦਾ ਦੀ ਇਬਾਦਤ ਵਿੱਚ ਲੱਗੀ ਰਹਿੰਦੀ। ਰਹਿਬਾ ਨੂੰ ਇੱਕ ਦਿਨ ਉਸਦੇ ਧਰਮੀ ਬਣੇ ਪੁੱਤਰ ਨੇ ਪੁੱਛਿਆ ਕਿ ਮਾਤਾ, ਮੈਂ ਆਪਣੇ ਵੱਲੋਂ ਆਪਣੀ ਸਮਝ ਦੇ ਮੁਤਾਬਕ ਤੁਹਾਡੀ ਸੇਵਾ ਕਰ ਰਿਹਾ, ਪਰ ਤੁਸੀਂ ਦੱਸੋ ਕਿ ਮੇਰੀ ਸੇਵਾ ਵਿੱਚ ਕੋਈ ਕਿਸੇ ਪ੍ਰਕਾਰ ਦੀ ਕਮੀ ਤਾਂ ਨਹੀਂ? ਤਾਂ ਰਹਿਬਾ ਨੇ ਕਿਹਾ ਕਿ ਪੁੱਤਰ, ਮੈਂ ਤੇਰੀ ਸੇਵਾ ਤੋਂ ਬਹੁਤ ਪ੍ਰਸੰਨ ਖੁਸ਼ ਹਾਂ, ਪਰ ਮੇਰਾ ਮਨ ਮੱਕੇ ਦੀ ਹੱਜ ਕਰਨ ਨੂੰ ਚਾਹੁੰਦਾ। ਜੇਕਰ ਤੂੰ ਛੁੱਟੀ ਦੇਵੇਂ ਤਾਂ ਮੈਂ ਹੱਜ ਕਰ ਆਵਾਂ। ਸ਼ਾਹੂਕਾਰ ਨੇ ਹੱਜ ਵਾਸਤੇ ਸਾਰਾ ਪ੍ਰਬੰਧ ਕਰ ਦਿੱਤਾ ਤੇ ਰਹਿਬਾ ਹਾਜੀਆਂ ਦੇ ਹੱਜ ਕਰਨ ਵਾਲੇ ਕਾਫਲੇ ਨਾਲ ਮਿਲ ਕੇ ਹੱਜ ਯਾਤਰਾ 'ਤੇ ਚੱਲ ਪਈ। ਚਲਦਿਆਂ ਚਲਦਿਆਂ ਬਹੁਤ ਪੈਂਡਾ ਤੈਅ ਕਰ ਲਿਆ। ਜਦੋਂ ਮੱਕਾ 60 ਕੁ ਕੋਹ ਦੀ ਦੂਰੀ 'ਤੇ ਰਹਿ ਗਿਆ ਤਾਂ ਉੱਥੇ ਇੱਕ ਖੂਹ ਦੇਖਿਆ। ਰਹਿਬਾ ਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਤੁਸੀਂ ਤੁਰੀ ਜਾਵੋ, ਮੈਂ ਇੱਥੇ ਨਮਾਜ਼ ਅਦਾ ਕਰਕੇ ਤੁਹਾਡੇ ਨਾਲ ਰਲ ਜਾਵਾਂਗੀ। ਸਾਥ ਅੱਗੇ ਨਿਕਲ ਗਿਆ ਤੇ ਰਹਿਬਾ ਉਸ ਖੂਹ ਉੱਪਰ ਰੁਕ ਗਈ। ਜਦੋਂ ਨਮਾਜ਼ ਪੜ੍ਹ ਰਹੀ ਸੀ ਤਾਂ ਉਸ ਦੇ ਕੰਨਾਂ ਵਿੱਚ ਕੁੱਤੀ ਦੇ ਬੱਚਿਆਂ ਦੇ ਵਿਰਲਾਪ ਕਰਨ ਦੀ ਆਵਾਜ਼ ਪਈ। ਰਹਿਬਾ ਨੇ ਦੇਖਿਆ ਕਿ ਗਰਮੀ ਕਾਰਨ ਇਹ ਕੁੱਤੀ ਦੇ ਉਸਦੇ ਬੱਚੇ ਪਿਆਸੇ ਵਿਲਕ ਰਹੇ ਸਨ। ਰਹਿਬਾ ਨੂੰ ਉਸ ਵੇਲੇ ਬਹੁਤ ਦਇਆ ਆਈ ਤੇ ਖੂਹ ਤੋਂ ਪਾਣੀ ਪਿਆਉਣ ਦੀ ਸੋਚੀ, ਪਰ ਖੂਹ ਉੱਪਰ ਕੋਈ ਲੱਜ ਜਾਂ ਡੋਲ ਨਹੀਂ ਸੀ। ਉਸ ਸਮੇਂ ਰਹਿਬਾ ਨੇ ਆਪਣੇ ਸਿਰ ਦੇ ਵਾਲ ਪੁੱਟ ਕੇ ਉਹਨਾਂ ਨੂੰ ਵੱਟ ਚੜ੍ਹ ਕੇ ਡੋਰੀ ਬਣਾ ਲਈ ਅਤੇ ਆਪਣੇ ਸਿਰ ਦਾ ਕੱਪੜਾ ਉਸ ਨਾਲ ਬੰਨ੍ਹ ਕੇ ਖੂਹ ਵਿੱਚ ਲਟਕਾਇਆ। ਕੱਪੜਾ ਪਾਣੀ ਨਾਲ ਭਿੱਜ ਗਿਆ ਤੇ ਬਾਹਰ ਖਿੱਚ ਕੇ ਕੁੱਤੀ ਤੇ ਉਹਨਾਂ ਦੇ ਬੱਚਿਆਂ ਦੇ ਮੂੰਹ ਵਿੱਚ ਨਿਚੋੜ ਕੇ ਉਹਨਾਂ ਨੂੰ ਪਾਣੀ ਪਿਲਾਇਆ। ਕੁੱਤੀ ਅਤੇ ਉਸਦੇ ਬੱਚਿਆਂ ਦੀ ਜਾਨ ਬਚ ਗਈ। ਉਹਨਾਂ ਨੇ ਚੀਕਣਾ ਤੇ ਵਿਲਕਣਾ ਬੰਦ ਕਰ ਦਿੱਤਾ। ਜਦੋਂ ਰਹਿਬਾ ਨੇ ਪਾਣੀ ਪਿਲਾ ਕੇ ਆਪਣੇ ਸਾਹਮਣੇ ਤੱਕਿਆ ਤਾਂ ਸਾਹਮਣੇ ਕੀ ਵੇਖਦੀ ਹੈ ਕਿ ਮੱਕੇ ਦਾ ਦੀਦਾਰ ਕਰ ਰਹੀ ਸੀ। ਖੁਦਾ ਨੇ ਆਕਾਸ਼ਬਾਣੀ ਕਰਦਿਆਂ ਕਿਹਾ ਕਿ ਰਹਿਬਾ, ਹੈਰਾਨ ਨਾ ਹੋ, ਤੇਰੀ ਜ਼ਿਆਰਤ ਮੇਰੇ ਦਰਬਾਰ 'ਤੇ ਕਬੂਲ ਹੋ ਗਈ ਹੈ। ਜੋ ਤੂੰ ਇਹਨਾਂ ਬੇਜ਼ੁਬਾਨੇ ਜੀਵਾਂ ਉੱਪਰ ਦਇਆ ਕੀਤੀ ਹੈ, ਇਸ ਦਇਆ ਕਾਰਨ ਮੈਂ ਮੱਕਾ ਹੀ ਤੇਰੇ ਪਾਸ ਲੈ ਆਇਆ। ਤੂੰ ਇੱਥੇ ਹੀ ਮੱਕੇ ਦਾ ਦੀਦਾਰ ਕਰ ਅਤੇ ਇਸੇ ਤਰ੍ਹਾਂ ਦਇਆ ਧਰਮ ਦੀ ਪਾਲਣਾ ਕਰਦੀ ਰਹਿ। ਭਾਵ ਦਇਆ ਦੇ ਕਾਰਨ ਮੱਕੇ ਨੇ 60 ਕੋ ਅੱਗੇ ਚੱਲ ਕੇ ਦਰਸ਼ਨ ਦਿੱਤੇ। ਸਿਰ ਕੀ ਸੋਭ ਉਤਾਰ ਕੇ ਚੀਨਿਓ ਆਤਮ ਰਾਮ, 60 ਕੋਸ ਮੱਕਾ ਮਿਲਿਆ ਦੇਖ ਦਇਆ ਕੇ ਕਾਮ। ਉੱਧਰ ਇਬਰਾਹੀਮ ਪੈਗੰਬਰ ਮੱਕੇ ਦੀ ਜ਼ਿਆਰਤ ਕਰਨ ਗਿਆ। ਉਸਨੇ ਦੇਖਿਆ ਕਿ ਮੱਕਾ ਆਪਣੇ ਟਿਕਾਣੇ ਉੱਪਰ ਹੀ ਨਹੀਂ। ਇਸ ਦਾ ਕਾਰਨ ਪੁੱਛਿਆ ਤਾਂ ਪਤਾ ਲੱਗਿਆ ਕਿ ਕਾਬਾ 60 ਕੋ ਉੱਪਰ ਰਹਿਬਾ ਨੂੰ ਦਰਸ਼ਨ ਦੇਣ ਵਾਸਤੇ ਆਪ ਗਿਆ ਹੈ। ਮਨ ਵਿੱਚ ਸੋਚਦਾ ਹੈ ਕਿ ਰਹਿਬਾ ਨੂੰ ਚੱਲ ਕੇ ਪੁੱਛਾਂਗਾ ਕਿ ਤੂੰ ਐਸਾ ਕੀ ਸਾਧਨ ਕੀਤਾ ਹੈ ਜਿਸ ਕਰਕੇ ਕਾਬਾ ਖੁਦ ਤੇਰੇ ਵੱਲ ਚੱਲ ਕੇ ਆਇਆ। ਉਹ ਰਹਿਬਾ ਵੱਲ ਨੂੰ ਚੱਲ ਪਿਆ। ਰਸਤੇ ਵਿੱਚ ਇੱਕ ਤਕੀਏ 'ਚ ਰਾਤ ਗੁਜ਼ਾਰਨ ਲਈ ਠਹਿਰਿਆ। ਤਦ ਸਭ ਨੇ ਉੱਥੇ ਗੋਸ਼ਤ ਮਾਸ ਖਾਧਾ। ਸਵੇਰ ਨੂੰ ਰਹਿਬਾ ਵੱਲ ਚੱਲ ਪਿਆ। ਜਦੋਂ ਰਹਿਬਾ ਪਾਸ ਆਇਆ ਤਾਂ ਉਸਨੇ ਦੇਖਿਆ ਕਿ ਬਹੁਤ ਸਾਰੇ ਜਾਨਵਰ ਉਸਦੇ ਚੌਗਿਰਦੇ ਬੈਠੇ ਹਨ। ਜਦੋਂ ਜਾਨਵਰਾਂ ਨੇ ਇਬਰਾਹੀਮ ਨੂੰ ਆਉਂਦੇ ਵੇਖਿਆ ਤਾਂ ਉਹ ਸਾਰੇ ਹੀ ਦੌੜ ਗਏ। ਇਬਰਾਹੀਮ ਵਾਸਤੇ ਇੱਕ ਹੋਰ ਸਵਾਲ ਖੜਾ ਹੋ ਗਿਆ। ਉਸਨੇ ਰਹਿਬਾ ਨੂੰ ਆਪਣੇ ਦੋਵੇਂ ਸਵਾਲ ਪੁੱਛੇ ਤਾਂ ਰਹਿਬਾ ਨੇ ਕਿਹਾ ਕਿ ਆਪ ਨੇ ਰਾਤੀਂ ਤਕੀਏ ਵਿੱਚ ਕੀ ਖਾਧਾ ਸੀ। ਇਬਰਾਹੀਮ ਨੇ ਕਿਹਾ ਕਿ ਅਸੀਂ ਮਾਸ ਖਾਧਾ ਸੀ। ਰਹਿਬਾ ਨੇ ਕਿਹਾ ਕਿ ਬਸ ਇਹੋ ਹੀ ਕਾਰਨ ਹੈ ਕਿ ਤੁਹਾਨੂੰ ਮਾਸਾਹਾਰੀ ਅਤੇ ਆਪਣਾ ਵਿਰੋਧੀ ਜਾਣ ਕੇ ਸਾਰੇ ਜਾਨਵਰ ਭੱਜ ਗਏ ਹਨ, ਪਰ ਮੈਂ ਇਹਨਾਂ ਉੱਪਰ ਦਇਆ ਕੀਤੀ ਹੈ ਜਿਸ ਕਰਕੇ ਕਾਬਾ ਮੇਰੇ ਪਾਸ ਖੁਦ ਚੱਲ ਕੇ ਆਇਆ ਹੈ। ਪੂਰ ਰਹਿਓ ਸਰਬੱਤਰ ਮੈਂ ਪ੍ਰਭ ਗੁਣੀ ਗਹੀਰ। ਹੇ ਭਾਈ, ਗੁਣੀ ਗੁਣਾਂ ਦਾ ਗਹੀਰ ਖਜ਼ਾਨਾ ਪ੍ਰਭੂ ਪਿਆਰਾ ਪਰਮਾਤਮਾ ਸਭ ਥਾਵਾਂ ਦੇ ਵਿੱਚ ਪੂਰਨ ਵਿਆਪਕ ਹੋ ਰਿਹਾ। ਨਾਨਕ ਭਗਤ ਆਨੰਦ ਮੈਂ ਪੇਖ ਪ੍ਰਭ ਕੀ ਧੀਰ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ
ਕਿ ਪ੍ਰਭ ਪਰਮਾਤਮਾ ਦੀ ਧੀਰ ਧਿਰ ਆਸਰਾ ਹੋਇਆ ਵੇਖ ਕੇ ਭਗਤ ਸੇਵਕ ਜਨ ਆਨੰਦਮੈ ਆਨੰਦ ਸਰੂਪ ਹੀ ਹੋ ਗਏ ਹਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।